ਸੋ ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫਿਰ ਕਰਦਾ ਹਾਂ ਆਪ ਸਭ ਦਾ ਹਾਰਦਿਕ ਸਵਾਗਤ। ਆਸਾ ਕੀ ਵਾਰ ਦੀ ਵਿਆਖਿਆ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਉਸ ਦੀ ਸਾਂਝ ਪਾ ਰਹੇ ਹਾਂ। ਡਾਕਟਰ ਹਰਬੰਸ ਸਿੰਘ ਕੰਡੋਲਾ ਆ ਕੇ ਸਾਂਝ ਪਾਇਆ ਕਰਦੇ ਨੇ। ਇੰਗਲਿਸ਼ ਵਿੱਚ ਗੱਲਬਾਤ ਕਰਦੇ ਹਾਂ ਤੇ ਮੁੱਖ ਤੌਰ ਦੇ ਉੱਤੇ ਇਸ ਦਾ ਜੋ ਸਾਰ ਹੁੰਦਾ ਹੈ ਉਸ ਨੂੰ ਪੰਜਾਬੀ ਵਿੱਚ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਹਾਂ। ਪਿਛਲੀ ਵਾਰ ਅਸੀਂ ਜਿਹੜੀ ਗੱਲਬਾਤ ਕੀਤੀ ਸੀ ਉਸਦੀ ਬੜੀ ਅਹਿਮੀਅਤ ਹੈਗੀ ਹੈ। ਅਸਲ ਵਿੱਚ ਤਾਂ ਹਰ ਇੱਕ ਸਲੋਕ ਜੋ ਗੁਰੂ ਨਾਨਕ ਸਾਹਿਬ ਦਾ ਉਸਦੀ ਕੋਈ ਨਾ ਕੋਈ ਅਹਿਮੀਅਤ ਹੈ, ਲੇਕਿਨ ਕਿਵੇਂ ਉਹ ਚੀਜ਼ ਢੁੱਕਦੀ ਹੈ ਅੱਜ ਸਾਡੇ ਉੱਤੇ, ਉਹਨਾਂ ਚੀਜ਼ਾਂ ਨੂੰ ਐਮਫਸਾਈਜ਼ ਕਰਕੇ ਅਸੀਂ ਇਹ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਤੇ ਆਸ ਇਹੀ ਕਰਦੇ ਹਾਂ ਕਿ ਗੱਲਾਂ ਬਾਤਾਂ ਸਿਰਫ ਗੱਲਾਂ ਬਾਤਾਂ ਤੱਕ ਹੀ ਸੀਮਤ ਨਾ ਰਹਿਣ, ਸਾਡੀ ਸੋਚ ਵਿੱਚ ਉਹ ਪਰਿਵਰਤਨ ਆਵੇ ਤੇ ਨਾਲ ਉਸ ਸੋਚ ਦੇ ਪਰਿਵਰਤਨ ਆਉਣ ਦੇ ਨਾਲ ਅਸੀਂ ਸਮਾਜ ਵਿੱਚ ਵੀ ਕੁਝ ਨਾ ਕੁਝ ਚੇਂਜਸ ਲਿਆ ਸਕੀਏ। ਆਓ ਮੁੜ ਤੋਂ ਤੁਹਾਨੂੰ ਜੋੜਦੇ ਹਾਂ ਇਸ ਸੈਲਫ ਡਿਸਕਵਰੀ ਦੇ ਵਿੱਚ ਅਤੇ ਡਾਕਟਰ ਹਰਬੰਸ ਸਿੰਘ ਕੰਡੋਲਾ ਅੱਜ ਸਾਨੂੰ ਮੁੜ ਤੋਂ ਜੋੜਨਗੇ ਕਿ ਗੁਰੂ ਨਾਨਕ ਸਾਹਿਬ ਆਸਾ ਕੀ ਵਾਰ ਦੇ ਵਿੱਚ ਅੱਗੇ ਕੀ ਉਪਦੇਸ਼ ਕਰਦੇ ਨੇ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਬੀਰ ਜੀ, ਪਿਛਲੇ ਸ਼ਲੋਕ ਦੇ ਵਿੱਚ we read that ਜੇ ਮੁਹਾਕਾ ਕਰਮੋ ਹੈ, ਲਾਸਟ ਕਹਿੰਦੇ ਨੇ ਵੱਡੀ ਹੱਥ ਦਲਾਲ ਕੇ those who are perpetuating all these rituals and religious practices and they are accountable. They should look inside. They should look inside what they are doing. As Guru Nanak is very bluntly say, "Vadi hath dalal ke." Thwanu keh rahe hege ne. If you continue doing that, and it's a time that we should stop that. Right. And on the same line, in this sloka, Guru Pasha is talking about something like that as well. Sloka Malla Pehla. ਗੁਰੂ ਸਾਹਿਬ ਕਹਿੰਦੇ ਨੇ ਜਿਉ ਜੋਰੂ ਸਿਰਣਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਇਹ ਨਾ ਆਖੀਐ ਬਹਿਣ ਜਿ ਪਿੰਡਾ ਧੋਏ ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਈ। In the previous sloka, Hafiji, Nanak Patsha rejected the exploitative human-created religious practice, pitran nu khane bhejne vagera vagera. In this sloka, Guru Nanak Patsha clarify nonsensical label attached to women by so-called the protectors of the religion. And Guru Sahib said, "Jo joru siranavani ave baro bar." Here is a natural process women go through every month. And without this natural process, man, including jehde oh dharm de thekedar ne, cannot come into this world. And Hapiji is a different topic. When you read about this, it's unthinkable treatment given to women by men of all faiths in the past. It's a shame on I would say, on manhood. During this monthly period, she is labeled impure and apavitra, unholy. Listen to this. I was reading the Mahan Kosh. If it is a Brahmin woman, the top class, she is impure for 10 days. And if it's a Khatri, the next caste, she is impure for 13 days. And Vash is for 17 days, but if you're the low Shudra, you are impure for 30 days. So that impurity also has been segregated. Divisions. Can you imagine the divisions, how they were created to just to exploit that? And then not only that, Harbiji, ਉਹ ਆਪਣੇ ਪਵਿੱਤਰ ਸਥਾਨ ਤੇ ਸਾਡੇ ਮੱਕੇ ਹਰਬੰਦਰ ਸਾਹਿਬ ਦੇ ਵਿੱਚ ਉਹ ਉੱਥੇ ਫਿਰ ਕੀਰਤਨ ਨਹੀਂ ਕਰ ਸਕਦੀਆਂ, ਗੁਬਾਣੀ ਨਹੀਂ ਪੜ੍ਹ ਸਕਦੀਆਂ, ਸੇਵਾ ਨਹੀਂ ਕਰ ਸਕਦੀਆਂ, ਪੰਜਾਂ ਪਿਆਰਿਆਂ ਵਿੱਚ ਸ਼ਾਮਲ ਨਹੀਂ ਹੋ ਸਕਦੀਆਂ। ਗੁਰੂ ਸਾਹਿਬ ਸਿੰਘ ਨੇ ਕਿ ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ। You consider those pavitra who simply taken a shower, clean their body, ਚਿੱਟੇ ਕੱਪੜੇ ਪਾਏ ਨੇ ਜਾਂ ਚਿੱਟੇ ਚੋਲੇ ਪਾਏ ਨੇ, ਤੁਸੀਂ ਉਹਨਾਂ ਨੂੰ ਪਵਿੱਤਰ ਸਮਝੀ ਬੈਠੇ ਹੋ। ਪਰ ਗੁਰੂ ਸਾਹਿਬ ਕਹਿੰਦੇ ਯੂ ਆਰ ਮਿਸਟੇਕਨ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਕਹਿੰਦੇ ਸੋਏ ਰੱਬ ਜੀ, ਗੋਡ, ਡਿਵਾਈਨ ਵਿਜ਼ਡਮ, ਸੁੱਚੇ ਹੂ ਇਜ਼ ਸੁੱਚਾ, ਅਹਨਸ ਨਾਮ ਰਤੇ ਸੇ ਸੁੱਚੇ। ਸੁੱਚਾ ਕੌਣ ਹੈ? ਗੁਰਬਾਣੀ ਟੈਲਿੰਗ ਅਸ ਅਹਨਸ ਨਾਮ ਰਤੇ ਸੇ ਸੁੱਚੇ। ਉਹ ਸੁੱਚੇ ਨਹੀਂ ਹਨ ਜਿਨ੍ਹਾਂ ਨੂੰ ਅਸੀਂ ਸੁੱਚੇ ਬਣਾ ਛੱਡਿਆ। ਪਿਓਰ ਹੋਲੀ ਸੱਚੇ ਹਨ ਦੋਜ਼ ਹੂ ਹੈਵ ਰੀਅਲਾਈਜ਼ਡ, ਲਿਵ ਦ ਟਰੂਥ, ਸਪਿਰਿਚੁਅਲੀ ਅਵੇਕਨਡ, ਵਰਚੁਅਸ ਸਿੱਖਸ, ਗੁਰਮੁਖ। ਔਰਤ ਜਿੰਨੀ ਵੀ ਗੁਣਵਾਨ ਹੋਵੇ, ਗੁਰਮੁਖ ਹੋਵੇ, ਅਪਵਿੱਤਰ ਹੈ, ਪਾਠ ਨਹੀਂ ਕਰ ਸਕਦੀ। ਹੁਣ ਬੰਦਾ ਰਾਤ ਨੂੰ ਭਾਵੇਂ ਸ਼ਰਾਬ ਪੀ ਕੇ ਪਿਆ ਹੋਵੇ,
ਉਹ ਦੂਜੇ ਦਿਨ ਉੱਠ ਕੇ ਪਾਠ ਕਰ ਸਕਦਾ ਹੈ ਰਾਈਟ ਐਂਡ ਇਹ ਪਵਿੱਤਰ ਪਾਠ ਉਹ ਕਰ ਸਕਦਾ ਹੈ ਦਿਸ ਇਜ਼ ਫੰਡਾਮੈਂਟਲੀ ਅਗੇਂਸਟ ਵਟ ਗੁਰੂ ਨਾਨਕ ਇਜ਼ ਸੇਇੰਗ ਵੈਰੀ ਟਰੂ ਇਹ ਜਦੋਂ ਅਸੀਂ ਆਪ ਵੀ ਖੁਆਰ ਹੁੰਨੇ ਆ ਤੇ ਅਸੀਂ ਜਿਹੜੇ ਹੈਗੇ ਆ ਬੱਚਿਆਂ ਦਾ ਕੁਝ ਅਸੀਂ ਸਵਾਰ ਨਹੀਂ ਸਕਦੇ ਬਿਕਾਜ਼ ਵੀ ਆਰ ਬਿਲੀਵਿੰਗ ਔਨ ਦੋਜ਼ ਕਾਈਂਡ ਆਫ nonsensical practices Absolutely. which we are While Guru perpetuating Nanak Sahib those. is condemning all this thought, it's unfortunate again while you gave that segregation, that division amongst the castes because of that impurity level also increases or decreases. But same is the case unfortunately in our community also today. I have heard a saint, in quotes, a saint saying that a woman who is impure during this period should not be allowed to sit near Guru Granth Sahib. And there are thousands and thousands of people who are listening to that Updesh. So what message is given today by these so-called Babas is unfortunate. So he is simply saying, Baba Nanak, you're wrong. Yeah. You're wrong. He's So they are condemning, contradicting the Guru. ਐਡੂ ਵੱਡੀ ਗੁਰੂ ਦੀ ਨਿੰਦਿਆ ਕੀ ਹੋ ਸਕਦੀ ਹੈ? ਹੋਵੇਗੀ ਬਿਲਕੁਲ। ਜਦੋਂ ਗੁਰੂ ਸਾਹਿਬ ਸੁੱਚੇ ਸੇ ਨਾ ਆਖੀਨ ਬਿਲਕੁਲ। ਬੜੀ ਗੁਰੂ ਨੂੰ ਤੁਹਾਡੇ ਕਹਿਣ ਨੂੰ ਉਹ ਸ਼ਲੋਕ ਲਿਖਣ ਦੀ ਕੀ ਲੋੜ ਪਈ ਸੀਗੀ And apart from that, the interesting part is like flocks of sheep, people sitting over there and nobody raising their voice against this thing which is absolutely contradicting the basic tenets of Sikhism. But that's, I think, again, thank you for doing this for 7 days. And hopefully, when they will be educated, when people will learn the truth, True meaning of Gurbani. true meaning of that, hopefully at that time they will start Let's hope. raising these questions. Right. Guru said, "Jhuthe jhutha mukh vasai, nit nit hoye khwar." Guru says, those who are, who you label sucha, in fact, is full of evil thoughts, egoistic. They live miserable life and are no good role models for others. Ji. Harpreet ji, we saw in 2 sloks how so-called protectors, the custodians, have manufactured Ji. the ways to exploit common people. Now we completed the 2 sloks of Pauri 17, Ji. and now we go to Pauri 17. Okay. Guru Sahib de ture palane paun beg ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਮਦੇ ਹਰ ਬੂਝਣ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ Ji. As I mentioned, in most of the pauris, Ji. the last line is a rahao for the pauris, and Ji. that's the system Guru Sahib is It's followed, yeah. doing here. And Guru said the last line is Jar Ai Jovan Harya. Again, when we did the other pauri, Ji. Nadar Upatti Je Kare, in a similar way, Harpreet ji, if we don't look at the fundamentals of Sri doctrine of the Sri Guru Granth Sahib, Ji. we could interpret this wrong. Very important to understand. Jar has been translated as Budapa, old age. Okay. Somehow, if you were not spiritual at your young age, you grow old and wasting both youth and old age. Ji. Guru Nanak is not talking about Jwani or Budapa in this slok. And that's important to understand. Ji. Gurbani says, Harpreet ji, Gurmukh buddhe kade nahi, jin antar surat gyan. Gyan. In spiritual terms, Budapa means spiritual ignorance. That's right. Spiritual weakness. ਅਗਿਆਨਤਾ ਨੂੰ ਬੁਢਾਪਾ ਕੋ ਤੇ 20 ਸਾਲ ਦਾ ਵੀ ਬੁੱਢਾ ਹੋ ਸਕਦਾ if he's spiritually empty. Awakened. Yeah. So when we understand the word jar here means not old age, but jar has been used for spiritual weakness, atmak kamjori ਨੂੰ ਆਖਿਆ. Ignorance of the truth. Right. ਜਵਾਨੀ ਬਡੇਪਾ ਤਾਂ ਹਰ ਇੱਕ ਤੇ ਆਉਂਦਾ ਹੈਗਾ. ਠੀਕ. Gurbani's spiritual guiding principle is a way of life. When we understand that concept, Ji. now we interpret the Meanings of the this. meaning of this Yeah, it's pauri. completely different. It becomes completely different. We Right. get the real message. Guru said that jar I means, oh man, you are completely ignorant of the truth, empty of spiritual values and spiritual virtues, egoistic. ਆਤਮਿਕ ਤੌਰ ਤੇ ਤੂੰ ਮਰਿਆ, ਆਤਮਿਕ ਤੌਰ ਤੇ ਤੂੰ
ਕਮਜ਼ੋਰ ਹੋਇਆ ਹੈ Right. that is why ਜੋਬਨ ਹਾਰਿਆ it's not the youth Guru Sahib is talking about ਜੋਬਨ Right. ਹਾਰਿਆ mean you continue to live a miserable life life of pain suffering wasting your precious life ਬੁਢਾਪਾ ਤਾਂ ਹਰ ਇੱਕ ਨੂੰ ਆਉਣਾ this is not the problem of the mankind ਜੀ problem is we are ignorant of the truth empty of spiritual values Right. this is what we need to focus on when we need to that's what we need to focus on Right. our spiritual emptiness Absolutely. our ignorance of truth That- it's not the old age or the youth age Right. that is what we need to focus on that's our problem Absolutely, to elevate our spiritual awakening. Spiritual That's what awakening, is Guru yeah. Sahib is emphasizing upon. What does he say further in the further sloks? We'll talk about this after this break. thank you